और सतनाम करता पुरख निरभਉ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। फिरत फिरत प्रभ आया परया तो सरनाए नानक की प्रभ बेनती अपनी भगति लाए। सकल द्वार को छाड़ के गयो तुहारो द्वार बाहें गए की लाज यस गोबिंद दास तुहार। गौड़ी कबीर जी गर्भवास में कुल नहीं जाती ब्रह्म बिंदते सब उत्पाती। गर्भवास में कुल नहीं जाती ब्रह्म बिंदते सब उत्पाती। कहरे पंडित बामन कब के होए बामन कह कह जन्म मत खोए। रहाऊ जाओ तू ब्राह्मण ब्राह्मणी जाया तो आन बाट काहे नहीं आया। तुम कत ब्राह्मण हम कत सूद हम कत लोहू तुम कत दूध। कहो कबीर जो ब्रह्म विचारै सो ब्राह्मण कहियत है हमारे। कहो कबीर जो ब्रह्म विचारै सो ब्राह्मण कहियत है हमारे। वाहिगुरू जी का खालसा वाहिगुरू जी की फतेह। सतगुरु गरीब निवाज सच्चे पातशाह जी धन धन श्री गुरु ग्रंथ साहिब जी के पावन चरणों विच अमृत वेला सच नौ वडियाई विचार महावाक अनुसार अमृत वेले के दीवान सजे ने और अमृतमयी बाणी श्री आसा जी दी वार दे कीर्तन गुरु की संगतां नूं भाई साहब परमजीत सिंह जी का जथा सरवण करा रहा सी। गुरु साहब जी की पवित्र पावन हजूरी विच बैठ के जिथे आप जी हर रोज गुरबाणी के कीर्तन का आनंद माणते हो उत्थे श्री गुरु ग्रंथ साहब जी की लड़ीवार कथा भी सरवण कर रहे। धन धन गुरु अर्जन देव जी ने बहुत बड़ा उपकार करके बाणी का यह जहाज बनाया है और गुरु ग्रंथ साहब जी की बीड़ तैयार की हरमंदर साहब प्रकाश करके सारी दुनिया दे विच गुरु घरां दा इह स्वरूप ये नक्शा बना दिता कि जिथे भी कोई गुरु अस्थान होवेगा जिथे कोई परमेश्वर का प्यारा गुरु नानक का प्यारा होवेगा गुरुद्वारा बनाएगा ते गुरुद्वारे विच कोई मूर्ति स्थापन करन दी बजाए शब्द गुरु श्री गुरु ग्रंथ साहिब जी का प्रकाश करेगा। अज तक वो मर्यादा 400 साल तो चली आ रही है। गुरु घरां दे विच किसी मूर्ति की पूजा नहीं हुंदी बल्कि शब्द गुरु श्री गुरु ग्रंथ साहब जी के दर्शन मेले हुंदे हन और भावना सहित जिहड़े गुरु ग्रंथ साहब का दर्शन करते हैं गुरबाणी सुनते हैं उन्हां दा लोक भी ते परलोक भी सुधर जाता है। ये लोक सुखीए परलोक सुहेले। तो साध संगत जी आप गुरु महाराज के चरणों च बैठ के कथा सुन रहे हैं लड़ीवार।
ਗੌੜੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਸ਼ੁਰੂ ਹੋਈ ਹੈ। ਭਗਤ ਕਬੀਰ ਜੀ ਦੇ ਉਚਾਰਨ ਕੀਤੇ 6 ਸ਼ਬਦ ਪਿਛਲੇ ਪ੍ਰਕਰਣਾਂ 'ਚ ਵਿਚਾਰੇ ਜਾ ਚੁੱਕੇ ਹਨ। ਅੱਜ ਇਹ ਜੋ ਸ਼ਬਦ ਹੈ, ਕਬੀਰ ਸਾਹਿਬ ਜੀ ਨੇ ਇੱਕ ਬ੍ਰਾਹਮਣ ਨੂੰ, ਜੋ ਆਪਣੇ ਆਪ ਨੂੰ ਸ੍ਰੇਸ਼ਟ ਮੰਨਦੇ ਹਨ, ਬ੍ਰਾਹਮਣਾਂ ਦੇ ਵਿੱਚ ਕੁਝ ਬ੍ਰਾਹਮਣ ਇਹੋ ਜਿਹੇ ਵੀ ਹੋਏ ਹਨ ਜਿਹੜੇ ਬ੍ਰਹਮ ਗਿਆਨੀ ਹੋਏ ਹਨ, ਮਹਾਂਪੁਰਸ਼ ਹੋਏ ਹਨ। ਉਹਨਾਂ ਬ੍ਰਾਹਮਣਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ ਹੈ। ਭਗਤ ਰਾਮਾਨੰਦ ਜੀ ਜਾਤ ਦੇ ਬ੍ਰਾਹਮਣ ਸਨ। ਭਗਤ ਪਰਮਾਨੰਦ ਜੀ ਉਹ ਵੀ ਬ੍ਰਾਹਮਣ ਸਨ। ਭਗਤ ਸੂਰਦਾਸ ਜੀ ਬ੍ਰਾਹਮਣ ਸਨ। ਭਗਤ ਜੈਦੇਵ ਜੀ ਬ੍ਰਾਹਮਣ ਸਨ। ਭਗਤ ਬੇਣੀ ਜੀ ਬ੍ਰਾਹਮਣ ਸਨ। ਜਿਨ੍ਹਾਂ ਭੱਟਾਂ ਦੀ ਬਾਣੀ, ਭੱਟਾਂ ਦੇ ਸਵਈਏ ਹਨ, ਉਹ ਵੀ ਬ੍ਰਾਹਮਣ ਹੀ ਸਨ, ਪਰ ਉਹ ਬ੍ਰਹਮ ਦੀ ਵਿਚਾਰ ਕਰਨ ਵਾਲੇ ਸੱਚੇ ਬ੍ਰਾਹਮਣ ਸਨ। ਦੂਜੇ ਪਾਸੇ ਉਹ ਬ੍ਰਾਹਮਣ ਵੀ ਹਨ ਜਿਹੜੇ ਆਪਣੇ ਹੰਕਾਰ ਦੇ ਵਿੱਚ ਹੀ, ਜਾਤੀ ਅਭਿਮਾਨ ਦੇ ਵਿੱਚ ਹੀ ਫਸੇ ਰਹੇ ਹਨ ਕਿ ਅਸੀਂ ਵੱਡੇ ਹਾਂ, ਬਾਕੀ ਸਾਰੀ ਦੁਨੀਆ ਸਾਡੇ ਚਰਨਾਂ ਦੀ ਦਾਸੀ ਹੈ, ਪੈਰਾਂ ਦੀ ਜੁੱਤੀ ਹੈ। ਇੱਦਾਂ ਉਹ ਲੋਕ ਹੰਕਾਰ ਵਿੱਚ ਦੂਸਰਿਆਂ ਦਾ ਨਿਰਾਦਰ ਕਰਦੇ ਸਨ। ਇਹੋ ਜਿਹਾ ਇੱਕ ਜਾਤੀ ਅਭਿਮਾਨੀ ਬ੍ਰਾਹਮਣ ਕਬੀਰ ਜੀ ਨੂੰ ਟੱਕਰਿਆ ਹੈ। ਕਬੀਰ ਜੀ ਇਸ਼ਨਾਨ ਕਰਕੇ ਗੰਗਾ ਵੱਲੋਂ ਆ ਰਹੇ, ਉਹ ਵੀ ਆ ਰਿਹਾ ਸੀ। ਕਬੀਰ ਜੀ ਦੀ ਪਰਛਾਈ ਉਸ 'ਤੇ ਪੈ ਗਈ। ਉਹ ਬੜਾ ਤਿਲ ਮਿਲਾਇਆ, ਲੜਨ ਨੂੰ ਪਿਆ ਕਿ ਤੂੰ ਜੁਲਾਹਾ ਹੈ ਤੇ ਮੇਰੇ ਉੱਤੋਂ ਦੀ ਲੰਘਿਆ, ਮੇਰੇ ਉੱਤੇ ਤੇਰੀ ਪਰਛਾਈ ਪੈ ਗਈ। ਉਹਨੇ ਗੰਗਾ ਜਲ ਦੀ ਗੜਵੀ ਜਿਹੜੀ ਕੋਲ ਫੜ ਕੇ ਨਾਲ ਭਰ ਕੇ ਲਿਆ ਰਿਹਾ ਸੀ, ਉਹ ਵੀ ਸਿਰ 'ਚ ਪਾ ਲਈ। ਰਾਮ 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 ਕਰਨ ਲੱਗ ਪਿਆ ਕਿ ਮੈਂ ਤਾਂ ਪਿੱਟ ਗਿਆ ਤੇਰੀ ਪਰਛਾਈ ਦੇ ਨਾਲ ਹੀ। ਤਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਸ ਜਾਤੀ ਅਭਿਮਾਨੀ ਪੰਡਤ ਦਾ ਇਹ ਰਵੱਈਆ ਦੇਖ ਕੇ ਉਪਦੇਸ਼ ਦਿੰਦੇ ਹਨ। ਇਸ ਸ਼ਬਦ ਦੇ ਵਿੱਚ ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਗੌੜੀ ਰਾਗ ਵਿੱਚ ਮਹਾਰਾਜ ਕਬੀਰ ਸਾਹਿਬ ਜੀ ਹੰਕਾਰੀ ਪੰਡਤ ਨੂੰ ਉਪਦੇਸ਼ ਦੇ ਰਹੇ ਨੇ, ਜੋ ਜਾਤੀ ਅਪਮਾਨ ਕਰਦਾ ਹੈ, ਜੋ ਆਪਣੀ ਜਾਤ ਦੇ ਹੰਕਾਰ ਵਿੱਚ ਆਫਰਿਆ ਹੋਇਆ ਹੈ। ਸਾਰੀ ਦੁਨੀਆ ਦੇ ਉਹਨਾਂ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਜਿਹੜੇ ਆਪਣੀ ਜਾਤੀ ਦਾ ਮਾਣ ਕਰਦੇ ਨੇ। ਕਿਉਂਕਿ ਸਾਧ ਸੰਗਤ ਜੀ, ਜੇ ਵਿਚਾਰ ਕੇ ਦੇਖਿਆ ਜਾਵੇ ਤਾਂ ਜਾਤੀ ਕੁਛ ਹੈ ਹੀ ਨਹੀਂ। ਜਾਤ ਜੋ ਸ਼ਬਦ ਹੈ, ਜਾਤ, ਇਹ ਗਿਆਤ ਤੋਂ ਬਣਿਆ ਹੈ। ਜਿਹੜੇ ਵਿਦਵਾਨ ਪੜ੍ਹੇ ਲਿਖੇ ਹਨ ਉਹ ਇਸ ਗੱਲ ਨੂੰ ਸਮਝਣਗੇ। ਗਿਆਤ ਪਦ ਤੋਂ ਜਾਤ ਬਣਦਾ ਹੈ। ਤੁਸੀਂ ਜਿਹੜੀਆਂ ਸੰਸਕ੍ਰਿਤ ਦੀਆਂ, ਹਿੰਦੀ ਦੀਆਂ ਮਹਾਨ ਕੋਸ਼ ਵਗੈਰਾ, ਪੰਜਾਬੀ ਦੀਆਂ ਡਿਕਸ਼ਨਰੀਆਂ ਹਨ, ਉਹਨਾਂ ਡਿਕਸ਼ਨਰੀਆਂ ਦੇ ਵਿੱਚ ਸ਼ਬਦਾਂ ਦੀ ਵਿਉਤਪੱਤੀ ਪੜ੍ਹ ਸਕਦੇ ਹੋ। ਜਾਤ ਦਾ ਜੋ ਸ਼ਬਦ ਹੈ ਇਹ ਬਣਿਆ ਗਿਆਤ ਤੋਂ, ਤੇ ਗਿਆਤ ਦਾ ਮਤਲਬ ਹੁੰਦਾ ਜਾਣਕਾਰੀ, ਗਿਆਨ। ਜਾਤ ਜਾਣ ਪਛਾਣ ਤੋਂ ਬਣੀ ਹੈ। ਜੇ ਕਹਿ ਲਓ ਵੀ ਜਾਤ ਤੋਂ ਜਾਣ ਪਛਾਣ ਹੁੰਦੀ ਹੈ, ਜਾਂ ਜਾਣ ਪਛਾਣ ਤੋਂ ਜਾਤ ਬਣਦੀ ਹੈ, ਇੱਕੋ ਹੀ ਗੱਲ ਹੈ। ਹੁਣ ਇਹਨੂੰ ਸਮਝ ਲਓ ਥੋੜ੍ਹਾ ਜਿਹਾ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਦੋਂ ਸਮਾਜ
ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਆਇਆ, ਸਭਿਅਤਾ ਆਈ, ਕਲਚਰ ਬਣਿਆ ਮਨੁੱਖ ਦਾ। ਉਸ ਵੇਲੇ ਸਿਆਣੇ ਬਜ਼ੁਰਗਾਂ ਨੇ ਕੰਮ ਵੰਡ ਦਿੱਤੇ ਬਈ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਲੱਕੜ ਦਾ ਕੰਮ ਕਰਨ ਵਾਲਾ ਤਰਖਾਣ, ਇਸੇ ਤਰ੍ਹਾਂ ਜ਼ਿਮੀਂਦਾਰਾ ਕਰਨ ਵਾਲਾ ਜੱਟ ਤੇ ਦੁਕਾਨਦਾਰੀ ਵਪਾਰ ਕਰਨ ਵਾਲਾ ਬਾਣੀਆਂ, ਵੈਸ਼, ਔਰ ਵਿਦਿਆ ਪੜ੍ਹਨ ਪੜ੍ਹਾਉਣ ਵਾਲਾ ਬ੍ਰਾਹਮਣ, ਔਰ ਪ੍ਰਜਾ ਦੀ ਰੱਖਿਆ ਕਰਨ ਵਾਲਾ, ਰਾਜ ਕਰਨ ਵਾਲਾ, ਖੇਤ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲਾ ਖੱਤਰੀ, ਔਰ ਜਿਹੜਾ ਸਾਰਿਆਂ ਦੀ ਸੇਵਾ ਕਰਨ ਵਾਲਾ ਸ਼ੂਦਰ। ਇਸ ਤਰ੍ਹਾਂ ਇਹ ਸਿਸਟਮ ਬਣਾਇਆ ਸੀਗਾ ਵੀ ਕੰਮ ਚੱਲਦਾ ਰਹੇ, ਕਿਉਂਕਿ ਇੱਕ ਬੰਦਾ ਇੱਕੋ ਹੀ ਕੰਮ ਕਰ ਸਕਦਾ, ਦੋ ਕਰ ਸਕਦਾ, ਸਾਰੇ ਕੰਮ ਤਾਂ ਨਹੀਂ ਨਾ ਕਰ ਸਕਦਾ। ਔਰ ਜਿਹੜੇ ਘਰ ਦੇ ਵਿੱਚ ਜਿਹੜਾ ਕੰਮ ਹੁੰਦਾ ਹੋਏਗਾ, ਬੱਚੇ ਵੀ ਉਹ ਕੰਮ ਸਿੱਖ ਜਾਂਦੇ ਛੇਤੀ। ਜਿਵੇਂ ਤਰਖਾਣਾ ਦਾ ਮੁੰਡਾ ਤਰਖਾਣੇ ਦਾ ਕੰਮ ਘਰ 'ਚ ਹੀ ਸਿੱਖ ਜਾਂਦਾ, ਉਹਨੂੰ ਕਿਤੇ ਜਾਣਾ ਨਹੀਂ ਪੈਂਦਾ, ਉਹਦੇ ਖੂਨ 'ਚ ਹੀ ਹੁੰਦਾ ਹੈ। ਔਰ ਜ਼ਿਮੀਂਦਾਰਾਂ ਦਾ ਬੱਚਾ ਖੇਤੀਬਾੜੀ ਕਰਨੀ, ਹਲ ਵਾਹਣਾ, ਉਹ ਘਰ 'ਚ ਹੀ ਸਿੱਖ ਜਾਂਦਾ ਹੈ। ਇਸੇ ਤਰ੍ਹਾਂ ਰਾਜ ਕਰਨ ਵਾਲੇ ਛਤਰੀ ਖੱਤਰੀ ਜਿਹੜੇ ਹਨ, ਉਹਨਾਂ ਨੂੰ ਰਾਜ ਭਾਗ ਦੀ ਸਮਝ ਖਾਨਦਾਨ ਵਿੱਚੋਂ ਹੀ ਹੁੰਦੀ, ਜੰਗ ਯੁੱਧ ਕਰਨ ਦੀ ਸਮਝ ਘਰ ਵਿੱਚ ਹੀ ਹੁੰਦੀ ਹੈ। ਇਸੇ ਤਰ੍ਹਾਂ ਬ੍ਰਾਹਮਣ ਦੇ ਬੇਟੇ ਨੂੰ ਵੇਦ ਮੰਤਰ ਪੜ੍ਹਨੇ, ਗ੍ਰੰਥਾਂ ਨੂੰ ਪੜ੍ਹਨਾ, ਕਥਾ ਕਰਨੀ, ਪੂਜਾ ਪਾਠ ਕਰਨਾ, ਉਹ ਘਰ 'ਚ ਦੇਖ ਦੇਖ ਕੇ ਸਿੱਖ ਜਾਂਦਾ ਹੈ। ਤੋ ਇਹ ਚੀਜ਼ਾਂ ਸਮਝੀਆਂ ਗਈਆਂ, ਵਿਚਾਰੀਆਂ ਗਈਆਂ, ਤੇ ਉੱਥੋਂ ਇਹ ਜਾਤਾਂ ਪਾਤਾਂ ਬਣੀਆਂ। ਵੇਦ ਵਿਆਸ ਜੀ ਨੇ ਵੀ ਲਿਖਿਆ ਹੈ ਕਿ ਜਾਤ ਕੋਈ ਵੱਡੀ ਜਾਂ ਛੋਟੀ ਨਹੀਂ ਹੁੰਦੀ, ਕੰਮ ਕਰਕੇ ਜਾਤ ਬਣਦੀ ਹੈ। ਕੰਮ ਸਾਰੇ ਠੀਕ ਨੇ, ਕੰਮ ਤਾਂ ਮਾੜਾ ਕੋਈ ਨਹੀਂ। ਹਾਂ, ਮਾੜੇ ਕੰਮ ਹਨ ਚੋਰੀ ਕਰਨੀ, ਯਾਰੀ ਕਰਨੀ, ਠੱਗੀ ਕਰਨੀ, ਬੇਈਮਾਨੀ ਕਰਨੀ, ਕਿਸੇ ਦਾ ਨੁਕਸਾਨ ਕਰਨਾ, ਕਿਸੇ ਨਾਲ ਵੈਰ ਕਰਨਾ, ਈਰਖਾ ਕਰਨੀ, ਕਿਸੇ ਦੀ ਹੱਤਿਆ ਕਰ ਦੇਣੀ, ਕਿਸੇ ਨੂੰ ਗਾਲ ਕੱਢ ਦੇਣੀ, ਕਿਸੇ ਦਾ ਦਿਲ ਦੁਖਾ ਦੇਣਾ। ਇਹ ਮਾੜੇ ਕੰਮ ਨੇ, ਇਹ ਨਾ ਕਰੋ। ਬਾਕੀ ਕੋਈ ਲੱਕੜ ਦਾ ਕਰ ਰਿਹਾ, ਕੋਈ ਲੋਹੇ ਦਾ ਕੰਮ ਕਰ ਰਿਹਾ, ਕੋਈ ਦੁਕਾਨ ਕਰ ਰਿਹਾ, ਕੋਈ ਖੇਤੀ ਕਰ ਰਿਹਾ, ਕੋਈ ਵਣਜ ਵਪਾਰ ਕਰ ਰਿਹਾ, ਕੋਈ ਕੱਪੜਾ ਬੁਣ ਰਿਹਾ, ਜੁਲਾਹਾ ਹੈ, ਕੋਈ ਚਮੜੇ ਦਾ ਕੰਮ ਕਰ ਰਿਹਾ, ਚਮਿਆਰ ਹੈ। ਤਾਂ ਉਹ ਭਾਈ ਆਪਣੀ ਆਪਣੀ ਮਿਹਨਤ ਕਰ ਰਹੇ ਨੇ, ਕੰਮ ਕਰ ਰਹੇ, ਉਹਨਾਂ ਨੂੰ ਆਪਾਂ ਨੀਵਾਂ ਨਹੀਂ ਕਹਿ ਸਕਦੇ। ਵੇਦ ਵਿਆਸ ਜੀ ਨੇ ਵੀ ਇਹ ਬਚਨ ਭਾਗਵਤ ਪੁਰਾਣ ਦੇ ਪਹਿਲੇ ਸਕੰਦ ਵਿੱਚ ਲਿਖੇ ਨੇ ਕਿ ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਕੰਮ ਮਾੜੇ ਕਰਦਾ ਹੈ ਤਾਂ ਉਹ ਮਾੜਾ ਹੈ, ਚੰਡਾਲ ਹੈ। ਜੇ ਚੰਡਾਲ ਦਾ ਪੁੱਤਰ ਹੋ ਕੇ ਚੰਗੇ ਕੰਮ ਕਰਦਾ ਤਾਂ ਉਹ ਬ੍ਰਾਹਮਣ ਹੈ। ਯਾਨੀ ਕਰਮ ਤੋਂ ਹੀ ਜਾਤੀ ਹੈ, ਜਨਮ ਤੋਂ ਜਾਤੀ ਨਹੀਂ। ਪਰ ਇਹ ਗਿਆਨ ਦੀਆਂ ਗੱਲਾਂ ਆ ਮੋਟੀ ਬੁੱਧੀ ਵਾਲੇ ਲੋਕਾਂ ਦੇ ਸਮਝ ਨਹੀਂ ਆਉਂਦੀਆਂ। ਉਹਦਾ ਆਪਣੀ ਹੈਂਕੜ ਵਿੱਚ ਹੀ ਬਸ ਫਿਰੀ ਜਾਂਦੇ ਹਨ। ਬ੍ਰਾਹਮਣਾਂ ਦੇ ਵਿੱਚ ਇਹ ਰੋਗ ਬੜਾ ਭਾਰੀ ਹੋ ਗਿਆ ਕਿ ਅਸੀਂ ਬ੍ਰਾਹਮਣ ਹਾਂ, ਬਾਕੀ ਜਾਤਾਂ ਨੀਵੀਆਂ ਹਨ। ਕਬੀਰ ਸਾਹਿਬ ਜੀ ਜੁਲਾਹੇ ਜਾਤ ਵਿੱਚ ਸਨ, ਇਸ ਕਰਕੇ ਉਹਨਾਂ ਨੂੰ ਸਾਧ ਸੰਗਤ ਜੀ ਉਸ ਬ੍ਰਾਹਮਣ ਨੇ ਬਹੁਤ ਜ਼ਿਆਦਾ ਤਿਰਸਕਾਰ ਨਾਲ ਕਿਹਾ ਸੀ ਕਿ ਤੂੰ ਮੇਰੇ ਉੱਤੋਂ ਦੀ ਲੰਘ ਗਿਆ। ਤਾਂ ਭਗਤ ਕਬੀਰ ਸਾਹਿਬ ਉਹਨੂੰ ਕੀ ਕਹਿ ਰਹੇ ਨੇ, ਕਹਿੰਦੇ ਗਰਭਵਾਸ ਮਹਿ ਕੁਲ ਨਹੀਂ ਜਾਤੀ। ਦੇਖੋ ਪੰਡਤ ਜੀ, ਮਾਂ ਦੇ ਪੇਟ ਵਿੱਚ ਤਾਂ ਕੋਈ ਜਾਤ ਨਹੀਂ ਹੁੰਦੀ। ਮਾਂ ਦੇ ਪੇਟ ਵਿੱਚ ਜਦੋਂ ਤੂੰ ਪੁੱਠਾ ਲਟਕਦਾ ਹੈ,
ਉੱਥੇ ਤੇਰੀ ਕਿਹੜੀ ਜਾਤ ਹੈ, ਉੱਥੇ ਕੋਈ ਜਾਤ ਨਹੀਂ। ਉੱਥੇ ਕੁੱਲ ਨੂੰ ਜਾਣਿਆ ਨਹੀਂ ਜਾਂਦਾ ਵੀ ਇਹ ਕੁੱਲ ਕਿਹੜੀ ਹੈ। ਸਾਰੇ ਮਾਂ ਦੇ ਪੇਟ 'ਚ ਪੁੱਠੇ ਲਟਕਦੇ ਆ, ਭਾਵੇਂ ਬਾਹਮਣ ਹੈ ਤੇ ਭਾਵੇਂ ਕੋਈ ਸ਼ੂਦਰ ਹੈ। ਕੋਈ ਵੀ ਜਾਤ ਹੈ, ਵੱਡੀ ਛੋਟੀ, ਉੱਥੇ ਕੋਈ ਨਹੀਂ ਹੁੰਦੀ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਾਰੇ ਬ੍ਰਹਮ ਬਿੰਦ ਤੋਂ ਪੈਦਾ ਹੁੰਦੇ ਹਨ। ਬ੍ਰਹਮ ਦੀ ਅਕਾਲ ਪੁਰਖ ਦੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਸਤੇ ਇੱਕ ਬਿੰਦ ਰੂਪੀ ਸ਼ਕਤੀ ਬਣਾਈ ਹੋਈ ਹੈ। ਇਹ ਬਿੰਦ ਰੂਪੀ ਸ਼ਕਤੀ ਤੋਂ ਸਾਰੇ ਬੱਚਿਆਂ ਦੀ, ਸਾਰੀਆਂ ਜੂਨੀਆਂ ਦੀ ਪੈਦਾਇਸ਼ ਹੁੰਦੀ ਹੈ, ਸਾਰੇ ਜਨਮ ਲੈਂਦੇ ਹਨ। ਸੋ ਗਰਭਵਾਸ ਦੇ ਵਿੱਚ, ਮਾਤਾ ਦੇ ਪੇਟ ਵਿੱਚ ਕਿਸੇ ਦੀ ਕੁੱਲ ਨਹੀਂ ਜਾਣੀ ਜਾਂਦੀ ਕਿਹੜੀ ਕੁੱਲ ਦਾ ਹੈ, ਤੇ ਸਾਰੇ ਬ੍ਰਹਮ ਬਿੰਦ ਤੋਂ ਪੈਦਾ ਹੁੰਦੇ ਹਨ। ਦੂਸਰਾ ਅਰਥ ਬ੍ਰਹਮ ਬਿੰਦ ਦਾ ਮਹਾਂਪੁਰਸ਼ਾਂ ਨੇ ਇੱਦਾਂ ਵੀ ਦੱਸਿਆ ਹੈ ਕਿ ਬ੍ਰਹਮ ਨਾਮ ਚੇਤਨ ਦਾ ਵਿਆਪਕ ਦਾ ਹੈ, ਸਤ ਚੇਤਨ ਆਨੰਦ ਸਰੂਪ, ਉਸ ਤੋਂ ਆਤਮਾ ਪੈਦਾ ਹੋਈ ਹੈ। ਤੇ ਬਿੰਦ ਸਥੂਲ ਮਾਤਾ ਪਿਤਾ ਦੇ ਖੂਨ ਤੋਂ ਸਾਡੀ ਦੇਹ ਪੈਦਾ ਹੋਈ ਹੈ। ਸਾਰਾ ਕੁਝ ਇਸ ਤਰ੍ਹਾਂ ਉਤਪੰਨ ਹੁੰਦਾ ਹੈ। ਵਾਸਤਵ ਵਿੱਚ ਜੜ ਚੇਤਨ ਵੱਖਰੇ ਵੱਖਰੇ ਨਹੀਂ ਹਨ, ਇੱਕੋ ਹੀ ਹੈ। ਉਹ ਪ੍ਰਮਾਤਮਾ ਆਪ ਹੀ ਚੇਤਨ ਤੋਂ ਜੜ ਪਦਾਰਥਾਂ ਨੂੰ ਪੈਦਾ ਕਰਨ ਵਾਲਾ ਹੈ। ਸੋ ਬ੍ਰਹਮ ਬਿੰਦ ਤੋਂ ਹੀ ਸਾਰੇ ਉਤਪਤ ਹੋਏ ਹਨ। ਭਾਵੇਂ ਕੋਈ ਚਮਿਆਰ ਹੈ, ਭਾਵੇਂ ਕੋਈ ਜੁਲਾਹਾ ਹੈ, ਭਾਵੇਂ ਕੋਈ ਜੱਟ ਹੈ, ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਕੋਈ ਵੀ ਜਾਤ ਹੈ, ਸਭ ਬ੍ਰਹਮ ਬਿੰਦ ਤੋਂ ਹੀ ਪੈਦਾ ਹੋਏ ਹਨ, ਪਰਮਾਤਮਾ ਤੋਂ ਹੀ ਪੈਦਾ ਹੋਏ ਨੇ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਦੱਸ ਬਈ ਪੰਡਤਾ, ਪੰਡਤ ਜੀ ਦੱਸੋ ਬਾਹਮਣ ਕਦੋਂ ਦੇ ਹੋਏ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਕਦੋਂ ਦੇ ਬਾਹਮਣ ਬਣ ਗਏ ਹੋ। ਮਾਂ ਦੇ ਪੇਟ ਵਿੱਚ ਤਾਂ ਪੁੱਠੇ ਮੇਰੇ ਵਰਗੇ ਹੀ ਸੀ, ਜਿਵੇਂ ਮੈਂ ਪੁੱਠਾ ਲਟਕਿਆ ਸੀ, ਤੁਸੀਂ ਵੀ ਮਾਂ ਦੇ ਪੇਟ 'ਚ ਪੁੱਠੇ ਲਟਕੇ ਹੋਏ ਸੀ। 9 ਮਹੀਨੇ ਤੁਹਾਨੂੰ ਵੀ ਮਾਂ ਦੇ ਪੇਟ 'ਚ ਰਹਿਣਾ ਪੈਂਦਾ, ਤੇ ਬਾਹਮਣ ਕਿੱਥੋਂ ਬਣ ਗਏ। ਬਾਹਮਣ ਕਹਿ ਜਨਮ ਮਤ ਖੋਏ। ਬਾਹਮਣ ਕਹਿ ਕੇ ਆਪਣਾ ਜਨਮ ਨਾ ਗਵਾਓ, ਪਰਮਾਤਮਾ ਦਾ ਨਾਮ ਜਪੋ। ਇੱਦਾਂ ਬਾਹਮਣ ਕਹਿਣ ਨਾਲ ਬਾਹਮਣ ਨਹੀਂ ਬਣ ਜਾਂਦਾ ਜਿੰਨਾ ਚਿਰ ਬ੍ਰਹਮ ਦੀ ਵਿਚਾਰ ਨਹੀਂ ਕਰਦਾ। ਬ੍ਰਾਹਮਣ ਸ਼ਬਦ ਬ੍ਰਹਮ ਤੋਂ ਬਣਿਆ ਹੈ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੁੰਦਾ ਹੈ। ਤੂੰ ਆਪਣੇ ਆਪ ਨੂੰ ਉਂਝ ਹੀ ਬ੍ਰਾਹਮਣ ਕਹੀ ਜਾਂਦਾ ਹੈ, ਬ੍ਰਹਮ ਦੀ ਵਿਚਾਰ ਤੂੰ ਕੀਤੀ ਨਹੀਂ। ਇਸ ਕਰਕੇ ਆਪਣਾ ਕਿਤੇ ਜਨਮ ਨਾ ਗਵਾ ਲਈ। ਇਹ ਮਨੁੱਖਾ ਜਨਮ ਮੁੜ ਕੇ ਹੱਥ ਨਹੀਂ ਆਉਣਾ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਹ ਜਿਹੜਾ ਸਮਾਂ ਹੈ ਇਹ ਨਾਮ ਜਪਣ ਵਾਸਤੇ ਮਿਲਿਆ ਹੈ, ਮਨੁੱਖਾ ਜਨਮ। ਤੇ ਜੇ ਤੂੰ ਆਪਣੀ ਜਾਤ ਦੇ ਹੰਕਾਰ ਵਿੱਚ ਹੀ ਗਵਾ ਬੈਠਿਆ, ਮੌਤ ਆ ਗਈ, ਫਿਰ ਤੇਰੇ ਪੱਲੇ ਕੁਛ ਨਹੀਂ ਰਹਿਣਾ। ਇਸ ਕਰਕੇ ਆਪਣਾ ਜਨਮ ਨਾ ਗਵਾ। ਆਪਣਾ ਗੋਲਡਨ ਚਾਂਸ, ਮੁਕਤੀ ਦਾ ਚਾਂਸ ਮਿਲਿਆ ਹੈ। ਇਹ ਮੁਕਤੀ ਦਾ ਜਿਹੜਾ ਸਮਾਂ ਮਿਲਿਆ ਹੈ, ਆਪਣੀ ਮੁਕਤੀ ਵਾਸਤੇ ਯਤਨਸ਼ੀਲ ਹੋ ਜਾ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਬੀਰ ਸਾਹਿਬ ਜੀ ਉਸ ਬ੍ਰਾਹਮਣ ਦੀ ਹੋਰ ਖਿਚਾਈ ਕਰਦੇ ਹਨ, ਉਹਨੂੰ ਅਕਲ ਦੇ ਰਹੇ, ਉਹਦਾ ਭਲਾ ਕਰ ਰਹੇ ਨੇ। ਉਹਦੀ ਜਾਤ ਪਾਤ ਦਾ ਉਹਦੇ ਅੰਦਰੋਂ ਹੰਕਾਰ ਮਿਟਾਉਣਾ ਚਾਹੁੰਦੇ ਨੇ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ, ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਕਹਿੰਦੇ ਜੇ ਤੂੰ ਬ੍ਰਾਹਮਣ ਹੈ ਔਰ ਤੈਨੂੰ ਬ੍ਰਾਹਮਣੀ ਨੇ ਜਾਇਆ ਹੈ, ਬ੍ਰਾਹਮਣੀ ਦਾ ਜਾਇਆ, ਬ੍ਰਾਹਮਣੀ ਦਾ ਪੁੱਤਰ, ਤੂੰ ਵੀ ਮਾਂ ਦੇ ਪੇਟ 'ਚ ਰਹਿ ਕੇ ਆਇਆ ਹੈ, ਬ੍ਰਾਹਮਣੀ ਨੇ ਤੈਨੂੰ ਜਨਮ ਦਿੱਤਾ, ਤੂੰ ਕਹਿੰਦਾ ਵੀ ਮੈਂ ਬ੍ਰਾਹਮਣੀ ਦੇ ਪੇਟ ਤੋਂ ਜੰਮਿਆ ਹਾਂ।
ਜਿਹੜਾ ਬ੍ਰਾਹਮਣੀ ਦੇ ਪੇਟ ਤੋਂ ਜੰਮੇ ਉਹ ਬ੍ਰਾਹਮਣ। ਜੇ ਤੂੰ ਬ੍ਰਾਹਮਣ ਹੈ ਔਰ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹੈ ਤਾਂ ਆਨ ਬਾਟ ਕਾਹੇ ਨਹੀਂ ਆਇਆ। ਤਾਂ ਮਾਂ ਦੇ ਪੇਟ ਤੋਂ ਹੀ ਜਨਮ ਹੋਇਆ, ਹੋਰ ਕਿਸੇ ਰਸਤੇ ਤੋਂ ਕਿਉਂ ਨਹੀਂ ਆਇਆ ਦੁਨੀਆ ਤੇ? ਕਿਉਂਕਿ ਸਾਰੀ ਦੁਨੀਆ ਦਾ ਪੈਦਾ ਹੋਣ ਦਾ ਸਥਾਨ ਇੱਕੋ ਜਿਹਾ ਹੀ ਹੈ। ਜੇ ਤੂੰ ਬ੍ਰਾਹਮਣ ਹੈ ਤੇ ਅਸੀਂ ਸ਼ੂਦਰ ਹਾਂ। ਸਾਡਾ ਤਾਂ ਠੀਕ ਹੈ ਕਿ ਅਸੀਂ ਮਾਂ ਦੇ ਪੇਟ ਤੋਂ ਜੰਮੇ ਹਾਂ, ਤੈਨੂੰ ਤਾਂ ਕਿਤੋਂ ਹੋਰ ਜੰਮਣਾ ਚਾਹੀਦਾ ਸੀ। ਤੂੰ ਮਾਂ ਦੇ ਮੂੰਹ ਤੋਂ ਨਹੀਂ ਨਿਕਲਿਆ, ਮਾਂ ਦੇ ਪੇਟ ਤੋਂ ਹੀ ਪੈਦਾ ਹੋਇਆ ਹੈ। ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਨ ਬਾਟ, ਬਾਟ ਕਹਿੰਦੇ ਰਸਤੇ ਨੂੰ, ਹੋਰ ਰਸਤਿਓਂ ਕਿਉਂ ਨਹੀਂ ਆਇਆ, ਕਾਹੇ ਨਹੀਂ ਆਇਆ। ਫਿਰ ਭਗਤ ਕਬੀਰ ਸਾਹਿਬ ਜੀ ਹੋਰ ਮਿਸਾਲ ਦਿੰਦੇ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਤੂੰ ਕਿਧਰੋਂ ਬ੍ਰਾਹਮਣ ਹੈ ਤੇ ਅਸੀਂ ਕਿਧਰੋਂ ਸ਼ੂਦਰ ਹਾਂ। ਜਦੋਂ ਸਾਡਾ ਜਨਮ ਦਾ ਸਥਾਨ ਇੱਕੋ ਹੈ, ਸੰਸਾਰ ਤੇ ਆਉਣ ਦਾ ਰਾਹ ਇੱਕੋ ਹੈ। ਮਾਤਾ ਪਿਤਾ ਕੀ ਰਕਤ ਨਿਪੰਨੇ, ਮਾਤਾ ਪਿਤਾ ਦੇ ਰਕਤ ਤੋਂ ਪੈਦਾ ਹੋਏ ਹੈ। ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਅਪਾਰਾ। ਤੇ ਫਿਰ ਤੂੰ ਬ੍ਰਾਹਮਣ ਕਿੱਧਰੋਂ ਹੋ ਗਿਆ ਤੇ ਅਸੀਂ ਸ਼ੂਦਰ ਕਿੱਧਰੋਂ ਹੋ ਗਏ। ਹਮ ਕਤ ਲੋਹੂ ਤੁਮ ਕਤ ਦੂਧ। ਸਾਡੇ ਵਿੱਚ ਸਰੀਰ ਦੇ ਵਿੱਚ ਲਹੂ ਹੋਵੇ, ਕਿਉਂਕਿ ਅਸੀਂ ਗਰੀਬ ਹਾਂ, ਜੁਲਾਹੇ ਹਾਂ, ਛੋਟੀ ਜਾਤ ਦੇ ਹਾਂ। ਤੂੰ ਬ੍ਰਾਹਮਣ ਹੈ, ਤੇਰੇ ਸਰੀਰ ਦੇ ਵਿੱਚ ਦੁੱਧ ਹੋਣਾ ਚਾਹੀਦਾ ਹੈ। ਸਾਡੇ ਸਰੀਰ ਵਿੱਚ, ਸਾਡੀਆਂ ਨਾੜੀਆਂ ਵਿੱਚ, ਸਾਡੀਆਂ ਰਗਾਂ ਵਿੱਚ, ਸਾਡੀਆਂ ਨਸਾਂ ਵਿੱਚ ਤਾਂ ਖੂਨ ਚੱਲਦਾ ਹੈ, ਪਰ ਤੇਰੇ ਸਰੀਰ ਵਿੱਚ ਦੁੱਧ ਹੋਣਾ ਚਾਹੀਦਾ ਹੈ। ਕਤ ਕਹਿੰਦੇ ਨੇ ਟੱਕ ਲਾਉਣਾ ਸਾਧ ਸੰਗਤ ਜੀ, ਜਿਵੇਂ ਪੰਜਾਬੀ 'ਚ ਕਹਿੰਦੇ ਪੱਛ ਲਾ ਕੇ ਦੇਖੋ ਜੀ, ਪੱਛ ਲਾ ਕੇ ਚਾਕੂ ਦੇ ਨਾਲ। ਕਹਿੰਦੇ ਤੁਹਾਡੀ ਦੇਹ ਦੇ ਉੱਤੇ ਟੱਕ ਲਾ ਕੇ, ਕੱਤ ਲਾ ਕੇ ਚਾਕੂ ਨਾਲ ਦੇਖ ਲੈਂਦੇ ਹਾਂ। ਸਾਡੇ ਵੀ ਲਾ ਲੈਂਦੇ ਹਾਂ। ਮੇਰੇ ਸਰੀਰ ਤੇ ਜੇ ਚੱਕ ਲਾਓ, ਪੱਛ ਲਾਓਗੇ, ਕੱਤ ਲਾਓਗੇ ਤਾਂ ਮੇਰੇ ਸਰੀਰ 'ਚ ਤਾਂ ਲਹੂ ਨਿਕਲੇਗਾ। ਮੈਨੂੰ ਪਤਾ ਵੀ ਮੇਰੇ ਸਰੀਰ 'ਚ ਲਹੂ ਹੈ, ਪਰ ਪੰਡਤ ਜੀ ਤੁਹਾਡੇ ਸਰੀਰ ਤੇ ਟੱਕ ਲਾ ਦਿੰਦੇ ਆ, ਤੁਹਾਡੇ ਸਰੀਰ ਦੇ ਵਿੱਚੋਂ ਦੁੱਧ ਨਿਕਲੇਗਾ। ਹਮ ਕਤ ਲੋਹੂ ਤੁਮ ਕਤ ਦੂਧ। ਸਾਡੇ ਕੱਤ ਵਿੱਚੋਂ, ਸਾਡੇ ਪੱਛ ਵਿੱਚੋਂ ਤਾਂ ਲਹੂ ਨਿਕਲੇਗਾ, ਤੁਹਾਡੇ 'ਚੋਂ ਦੁੱਧ ਨਿਕਲਣਾ ਚਾਹੀਦਾ ਹੈ। ਪਰ ਪੰਡਿਤ ਜੀ ਤੁਹਾਨੂੰ ਪਤਾ ਹੈ, ਸਾਰੀ ਦੁਨੀਆ ਜਾਣਦੀ ਹੈ, ਤੁਹਾਡੇ ਦੁੱਧ ਨਹੀਂ ਨਿਕਲਣਾ, ਨਿਕਲਣਾ ਤੁਹਾਡੇ ਵੀ ਲਹੂ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ। ਮਹਾਰਾਜ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਬ੍ਰਹਮ ਕੀ ਹੈ? ਸਾਰਿਆਂ ਵਿੱਚ ਵਿਆਪਕ, ਸਾਰਿਆਂ ਵਿੱਚ ਜਿਹਦੀ ਜੋਤ ਦਾ ਪ੍ਰਕਾਸ਼ ਹੈ, ਉਸ ਬ੍ਰਹਮ ਦੀ ਜੋ ਵਿਚਾਰ ਕਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਡੇ ਘਰ ਵਿੱਚ, ਸਾਡੇ ਪਰਿਵਾਰ ਵਿੱਚ, ਸਾਡੇ ਖਿਆਲ ਵਿੱਚ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਸੋ ਇਹ ਬ੍ਰਾਹਮਣ ਦੀ ਪਰਿਭਾਸ਼ਾ ਹੈ ਕਿ ਬ੍ਰਹਮ ਦੀ ਵਿਚਾਰ ਕਰਦਾ ਹੋਵੇ। ਜੇ ਬ੍ਰਹਮ ਦੀ ਵਿਚਾਰ ਨਹੀਂ ਕਰਦਾ ਤਾਂ ਉਹ ਬ੍ਰਾਹਮਣ ਨਹੀਂ ਹੈ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਬ੍ਰਾਹਮਣ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਇਹ ਬਚਨ ਕਹੇ ਹਨ, ਜਿਨ੍ਹਾਂ ਨੂੰ ਸੁਣ ਕੇ ਸਾਧ ਸੰਗਤ ਜੀ ਉਹ ਜਾਤੀ ਅਭਿਮਾਨੀ ਪੰਡਤ ਦੇ ਉੱਤਰ ਹੋ ਗਿਆ, ਉਸਨੂੰ ਕੋਈ ਜਵਾਬ ਨਹੀਂ ਆਇਆ ਤੇ ਮਹਾਰਾਜ ਦੇ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਵਾਹਿਗੁਰੂ।